कि कॉलेज कदों शुरू होया और किवें दी बुनियाद रखी गई। उस समय सब तो पहला जो प्रिंसीपल रखा गया वो WC एडकॉक 1926 तो लैके 1927 तक रहे। जो अलीगढ़ मुस्लिम यूनिवर्सिटी सर सैयद अहमद खान ने एस्टैबलिश की तो उस समय नवाब साहब एक्चुअली शुरू तो ही एजुकेशन लाइन तालीम की तरफ उन्होंने ध्यान से उन्होंने उत्थे भी एजुकेशन दे विच जो है फंड दिता जिहदा कि अज भी उन्होंने नाम दे एक कमरा बनया होया है। नवाब साहब ये इंस्टीट्यूट लैके आए या उन्होंने शुरू किया, उन्होंने एक इनीशिएटिव सीगा कि तुहानूं लगदा है कि उस सोच नूं मैच कर रहा है ये इंस्टीट्यूट? क्योंकि बगैर तालीम ते कोई भी कौम, कोई भी मुल्क और कोई भी नेशन तरक्की नहीं कर सकती। कुल मिला के अगर मैं गल करा जगह की तो यह कितना एरिया कितना है गवर्नमेंट कॉलेज का? और साडा जिहड़ा कैंपस है इस दे विच हॉकी ग्राउंड, फुटबाल ग्राउंड ते उस तो इलावा लॉन्स ने, पैसेजेस हैं, साडे कोले बड़ी रिच लाइब्रेरी है। ਆਪਾਂ ਗੱਲ ਕਰਦੇ ਹਾਂ MA ਆਪਾਂ ਉਰਦੂ ਦੀ ਗੱਲ ਕਰਦੇ ਹਾਂ, MA ਸਾਈਕੋਲੋਜੀ ਦੀ ਗੱਲ ਕਰਦੇ ਹਾਂ, MA ਇੰਗਲਿਸ਼ ਦੀ ਗੱਲ ਕਰਦੇ ਹਾਂ। ਨੋ ਡਾਊਟ ਹਰੇਕ ਪੜ੍ਹਾਈ ਦਾ ਆਪਣਾ ਇੱਕ ਮਹੱਤਵ ਹੈ, ਆਪਣੇ ਲਾਈਨਸ ਨੂੰ ਬਹੁਤ ਸਾਰੀਆਂ ਲਾਈਨਸ ਖੁੱਲ੍ਹੀਆਂ, ਲੇਕਿਨ ਕੁਝ ਐਸੇ ਕੋਰਸਿਸ ਜਿਹੜੇ ਪ੍ਰੋਫੈਸ਼ਨਲ ਅੱਜ ਦੇ ਮਾਡਰਨ ਦੌਰ ਦੇ ਵਿੱਚ ਨੇ ਕੀ ਉਹ ਵੀ ਇੱਥੇ ਆਉਣੇ ਚਾਹੀਦੇ ਨੇ? ਆਉਣੇ ਚਾਹੀਦੇ ਹਨ, ਆ ਚੁੱਕੇ ਹਨ। ਸਕੂਲ ਡ੍ਰੌਪ ਆਊਟਸ ਹੈ ਕਾਲਜ ਦੇ ਵਿੱਚੋਂ, ਕੁਝ ਸਾਡੀ ਸਾਥੀ ਸੀਗੇ ਜਿਹੜੇ ਨਹੀਂ ਗ੍ਰੈਜੂਏਟ ਹੋ ਸਕੇ, ਨਹੀਂ ਗ੍ਰੈਜੂਏਸ਼ਨ ਕਰ ਸਕੇ। ਸਰ ਉਹਨਾਂ ਵਾਸਤੇ ਕੀ ਤੁਹਾਨੂੰ ਲੱਗਦਾ ਕਿ ਈਵਨਿੰਗ ਦੇ ਵਿੱਚ ਕੁਝ ਐਸੀਆਂ ਕਲਾਸਿਸ ਸ਼ੁਰੂ ਹੋ ਜਾਣ? ਜ਼ਰੂਰ ਇਹ ਚੀਜ਼ ਹੋਣੀ ਚਾਹੀਦੀ ਹੈ ਔਰ ਮੈਨੂੰ ਉਮੀਦ ਹੈ ਔਰ ਸਾਡੇ MLA ਸਾਹਿਬ ਡਾਕਟਰ ਜਮੀਲੁਰ ਰਹਿਮਾਨ ਸਾਹਿਬ ਬਿਲकुल ध्यान देंगे इस बार कि वो ईवनिंग क्लासेस करनी क्यों जो है ये कॉलेज ਦੇ ਵਿੱਚ ਸਟਾਰਟ ਹੋਣ। ਤੇ ਅਕੈਡਮਿਕਲੀ ਤਾਂ ਬਹੁਤ ਰਿਚ ਆਪਾਂ ਕਹੀਏ ਹਿਸਟਰੀ ਇਸ ਕਾਲਜ ਦੀ। ਸਪੋਰਟਸ ਔਰ ਹੋਰ ਜਿਹੜੇ ਦੂਸਰੇ ਕੋ ਕਰਿਕੂਲਮ ਐਕਟੀਵਿਟੀਜ਼ ਉਹ ਕਿੰਨੀਆਂ ਹੈਗੀਆਂ ਮਤਲਬ ਜਿਨ੍ਹਾਂ ਨੂੰ ਆਪਾਂ ਦੱਸ ਸਕਦੇ ਹਾਂ ਪਬਲਿਕ ਨੂੰ? ਸਪੋਰਟਸ ਦੇ ਖੇਤਰ ਦੇ ਵਿੱਚ ਵੀ ਬੱਚਿਆਂ ਨੇ ਚੰਗੀਆਂ ਮੱਲਾਂ ਮਾਰੀਆਂ ਨੇ। ਆਪਣੇ ਰੈਸਲਿੰਗ ਦੇ ਵਿੱਚ ਪਿਛਲੇ ਸਾਲ ਹੀ ਸਾਡੇ ਕਾਲਜ ਦੇ ਜਿਹੜੇ ਵਿਦਿਆਰਥੀ ਨੇ ਉਹ 골ਡ ਮੈਡਲ ਲੈ ਕੇ ਆਏ ਨੇ। ਆਮ ਬਣੀ ਹੋਈ ਧਾਰਨਾ ਹੈ ਕਿ ਜੀ ਪ੍ਰਾਈਵੇਟ ਜਿਹੜੇ ਇੰਸਟੀਟਿਊਸ਼ਨ ਨੇ ਉਹਨਾਂ ਦੇ ਵਿੱਚ ਪੜ੍ਹਾਈ ਵਧੀਆ ਹੁੰਦੀ ਹੈ ਜਾਂ ਉਹਨਾਂ ਦੇ ਵਿੱਚ ਜੀ ਉਹਨਾਂ ਦਾ ਵਿੱਚ ਜਾਣ ਦਾ ਉਹਨਾਂ ਦਾ ਟਰੈਂਡ ਹੈ ਤੇ ਨਹੀਂ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਸਰਕਾਰੀ ਕਾਲਜ ਮਲੇਰਕੋਟਲਾ ਦੇ ਵਿੱਚ ਐਡਮਿਸ਼ਨ ਲੈਣ। ਇੱਥੇ ਉਹ ਸਾਰਾ ਕੁਝ ਅਵੇਲੇਬਲ ਹੈ ਜੋ ਉਹ ਚਾਹੁੰਦੇ ਹਨ। ਉਹ NSC ਵੱਲੋਂ ਜਿਹੜੇ ਹਨ ਕੋਰਸਿਸ, ਸ਼ਾਰਟ ਟਰਮ ਕੋਰਸਿਸ ਚਲਾਏ ਜਾਂਦੇ ਹਨ, ਮੋਡਿਊਲਸ ਹਨ ਜਿਨ੍ਹਾਂ ਨੂੰ ਕਰਕੇ ਔਨਲਾਈਨ ਹੀ ਉਹਨਾਂ ਦੀ ਰਜਿਸਟ੍ਰੇਸ਼ਨ ਹੁੰਦੀ ਹੈ, ਔਨਲਾਈਨ ਹੀ ਉਹਨਾਂ ਦੇ ਟੈਸਟ ਲਏ ਜਾਂਦੇ ਹਨ, ਔਨਲਾਈਨ ਹੀ ਉਹਨਾਂ ਦੇ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਹਨ। ਉਹਨਾਂ ਨੂੰ ਲੈ ਕੇ ਤੁਸੀਂ ਸਟਾਕ ਐਕਸਚੇਂਜ ਦੇ ਵਿੱਚ ਬ੍ਰੋਕਰ ਦਾ ਕੰਮ ਕਰ ਸਕਦੇ ਹੋ, ਮਿਊਚੁਅਲ ਫੰਡ ਵੇਚ ਸਕਦੇ ਹੋ। ਪੰਜਾਬ ਦੇ ਲੀਡਰਾਂ ਦੀਆਂ ਤੁਸੀਂ ਗੱਲਾਂ ਸੁਣੀਆਂ ਹੋਣੀਆਂ ਕਿ ਇੱਕ ਵਾਰ ਸਾਡੀ ਸਰਕਾਰ ਆ ਜਾਵੇ ਤੇ ਉਸ ਤੋਂ ਬਾਅਦ ਜੋ ਅੰਗਰੇਜ਼ ਹੈ ਉਹ ਕੈਨੇਡਾ ਤੋਂ, ਅਮਰੀਕਾ ਤੋਂ ਆ ਕੇ ਜਾਂ UK ਤੋਂ ਆ ਕੇ ਇੱਥੇ ਨੌਕਰੀ ਕਰਨਗੇ ਪੰਜਾਬ ਦੇ ਵਿੱਚ। ਇਹ ਗੱਲਾਂ ਤੁਸੀਂ ਅਕਸਰ ਸੁਣੀਆਂ ਹੋਣੀਆਂ ਸੋਸ਼ਲ ਮੀਡੀਆ ਦੇ ਉੱਪਰ, ਮੀਡੀਆ ਦੇ ਮਾਧਿਅਮ ਦੇ ਨਾਲ। ਲੇਕਿਨ ਅੱਜ ਅਸੀਂ ਇੱਕ ਐਸੀ ਸੰਸਥਾ ਤੁਹਾਨੂੰ ਦਿਖਾਵਾਂਗੇ ਜਿਹਦੀ ਸ਼ੁਰੂਆਤ ਹੀ ਇੱਕ ਅੰਗਰੇਜ਼ ਪ੍ਰਿੰਸੀਪਲ ਦੇ ਨਾਲ ਹੋਈ। ਮੈਂ ਗੱਲ ਕਰ ਰਿਹਾ ਗਵਰਨਮੈਂਟ ਕਾਲਜ ਮਲੇਰਕੋਟਲਾ। ਇਸ ਸੰਸਥਾ ਦੇ ਜੋ ਪਹਿਲੇ ਪ੍ਰਿੰਸੀਪਲ ਸਨ ਉਹ WRC ਐਡਕੌਕ ਜੋ ਜੁਆਇਨ ਕੀਤਾ ਉਹਨਾਂ ਨੇ ਨਵਾਬ ਅਹਿਮਦ ਅਲੀ ਖਾਨ ਸਾਹਿਬ ਦੇ ਰਾਜ ਦੇ ਵਿੱਚ। ਜਦੋਂ ਨਵਾਬ ਸੀਗੇ ਅਹਿਮਦ ਅਲੀ ਖਾਨ ਸਾਹਿਬ ਉਸ ਸਮੇਂ ਇਸ ਅੰਗਰੇਜ਼ ਇੱਕ ਪੜ੍ਹੇ ਲਿਖੇ ਬੰਦੇ ਨੇ ਐਜ਼ ਅ ਪ੍ਰਿੰਸੀਪਲ ਜੁਆਇਨ ਕੀਤਾ ਮਲੇਰਕੋਟਲਾ ਕਾਲਜ। ਮਲੇਰਕੋਟਲਾ ਕਾਲਜ ਆਪਣੇ ਆਪ ਦੇ ਵਿੱਚ ਇੱਕ ਸੰਸਥਾ, ਇੱਕ ਯੂਨੀਵਰਸਿਟੀ ਔਰ ਆਪਾਂ ਗੱਲ ਕਰੀਏ ਇੱਕ ਬਹੁਤ ਬੜਾ ਸੰਸਥਾਨ ਹੈ। ਮਲੇਰਕੋਟਲੇ ਦਾ ਹਰ ਵਿਅਕਤੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਕਾਲਜ ਦੇ ਨਾਲ ਜੁੜਿਆ ਹੋਇਆ, ਭਾਵੇਂ ਉਹ ਇੱਥੋਂ ਪੜ੍ਹਿਆ ਹੋਵੇ ਜਾਂ ਕਿਸੇ ਨੇ ਇੱਥੇ ਪੜ੍ਹਾਇਆ ਹੋਵੇ। ਜੇ ਹੋਰ ਕੁਝ ਨਹੀਂ, ਕੋਈ ਇੱਥੇ ਖੇਡਿਆ ਹੁੰਦਾ, ਕੋਈ ਇੱਥੇ ਸੈਰ ਕਰਨ ਆਉਂਦਾ। ਆਪਾਂ ਇਹ ਲਾ ਕੇ ਚੱਲੀਏ ਸ਼ਹਿਰ ਦੇ ਵਿੱਚੋਂ ਵਿੱਚ ਅੱਜ ਦੀ ਡੇਟ ਦੇ ਵਿੱਚ ਬਣੀ ਇਹ ਜੋ ਇਮਾਰਤ ਹੈ ਗਵਰਨਮੈਂਟ ਕਾਲਜ ਮਲੇਰਕੋਟਲਾ ਦੀ, ਇਹ ਇੱਕ ਪ੍ਰਤੀਕ ਹੈ, ਯੂਨਿਟੀ ਦਾ ਵੀ ਪ੍ਰਤੀਕ ਹੈ ਕਿਉਂਕਿ ਹਰ ਧਰਮ ਦਾ ਬੱਚਾ ਪੜ੍ਹਦਾ ਹੈ ਔਰ ਹਰ ਧਰਮ ਦੇ ਲੋਕ ਇੱਥੇ ਸੈਰ ਕਰਨ ਆਉਂਦੇ ਨੇ ਜਾਂ ਮਿਲਦੇ ਨੇ। ਆਪਸੀ ਮਿਲ ਮਿਲਾਪ ਇਹਦੇ ਗਰਾਊਂਡਾਂ ਦੇ ਵਿੱਚ ਹੀ ਹੁੰਦਾ ਹੈ। ਆਪਾਂ ਇਸ ਸੰਸਥਾ ਦੀ ਜੋ ਹਿਸਟਰੀ ਹੈ ਉਹਦੇ ਬਾਰੇ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਡਾਕਟਰ ਇਰਫਾਨ ਸਾਹਿਬ ਔਰ ਪ੍ਰੋਫੈਸਰ ਸ਼ਕੀਲ ਸਾਹਿਬ ਨੇ। ਆਓ ਪਹਿਲਾਂ ਇਹਨਾਂ ਦੋ ਪਰਸਨੈਲਿਟੀਜ਼ ਨੂੰ ਆਪਾਂ ਵੈਲਕਮ ਕਹੀਏ ਔਰ ਉਸ ਤੋਂ ਬਾਅਦ ਆਪਾਂ ਗੱਲ ਸ਼ੁਰੂ ਕਰਦੇ ਹਾਂ। ਸਰ, ਸਭ ਤੋਂ ਪਹਿਲਾਂ ਵੈਲਕਮ ਕਹੂੰਗਾ ਸਾਡੇ ਚੈਨਲ ਰੀਸੈਂਟ ਟਾਈਮ ਦੇ ਵਿੱਚ ਤੁਹਾਨੂੰ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਹਮੇਸ਼ਾ ਐਜੂਕੇਸ਼ਨ ਦੇ ਐਸਪੈਕਟਸ ਦੇ ਨਾਲ ਵੀਡੀਓਜ਼ ਬਣਾਉਂਦੇ ਰਹਿੰਦੇ ਹੋ ਅਤੇ ਲੋਕਾਂ ਦੇ ਵਿੱਚ ਐਜੂਕੇਸ਼ਨ ਨੂੰ ਆਮ ਕਰਨ ਵਾਸਤੇ ਤੁਹਾਡੀ ਕੋਸ਼ਿਸ਼ ਰਹਿੰਦੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ।
ਅਬ ਸਾਡੇ ਨਾਲ ਪ੍ਰੋਫੈਸਰ ਸ਼ਕੀਲ ਸਾਹਿਬ ਵੀ ਨੇ, ਆਪਾਂ ਉਹਨਾਂ ਨੂੰ ਵੀ ਇੱਕ ਵਾਰ ਵੈਲਕਮ ਕਹਿ ਲਈਏ। ਸਰ ਵੈਲਕਮ ਤੁਹਾਡਾ ਜੀ ਸਾਡੇ ਚੈਨਲ। ਬਹੁਤ ਬਹੁਤ ਸ਼ੁਕਰੀਆ ਮਾਮੂਨ ਜੀ, ਬੜਾ ਵਧੀਆ ਉਪਰਾਲਾ ਹੈ ਕਿ ਤੁਸੀਂ ਸਰਕਾਰੀ ਕਾਲਜ ਮਾਲੇਰਕੋਟਲਾ, ਜੋ ਇੱਕ ਰਿਆਸਤੀ ਸਮੇਂ ਦੇ ਵਿੱਚ ਕਾਲਜ ਸ਼ੁਰੂ ਕੀਤਾ ਗਿਆ ਨਵਾਬ ਸਾਹਿਬ ਦੇ ਯਤਨਾਂ ਸਦਕਾ, ਤੇ ਅੱਜ ਇੱਕ ਬਹੁਤ ਵੱਡੇ ਸੰਸਥਾਨ ਦੇ ਰੂਪ ਦੇ ਵਿੱਚ ਕੰਮ ਕਰ ਰਿਹਾ ਹੈ, ਤੇ ਤੁਸੀਂ ਇਸ ਦੇ ਉੱਪਰ ਇੱਕ ਡਾਕੂਮੈਂਟਰੀ ਬਣਾਉਣ ਗੱਲ ਕਰ ਰਹੇ ਹੋ। ਡਿਟੇਲ ਦੇ ਵਿੱਚ ਕਰਾਂਗੇ ਆਪਾਂ, ਤੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਮੌਕਾ ਦਿੱਤਾ। ਸ਼ੁਕਰੀਆ ਜੀ, ਸ਼ੁਕਰੀਆ ਜੀ। ਆਪਾਂ ਗੱਲ ਕਰਾਂਗੇ ਪ੍ਰੋਫੈਸਰ ਇਰਫਾਨ ਸਾਹਿਬ ਦੇ ਨਾਲ, ਆਪਾਂ ਗੱਲ ਕਰਾਂਗੇ ਸ਼ਕੀਲ ਸਾਹਿਬ ਦੇ ਨਾਲ। ਮੈਂ ਇੱਥੇ ਇੱਕ ਗੱਲ ਹੋਰ ਵੀ ਦੱਸ ਦੇਵਾਂ ਕਿ ਬਹੁਤ ਅੱਛੀਆਂ ਉਪਲਬਧੀਆਂ ਵਾਲੇ ਜੋ ਸਟੂਡੈਂਟ ਹੈ ਇਸ ਕਾਲਜ ਦੇ, ਜੋ ਬਹੁਤ ਅੱਛੇ ਪਦਵੀਆਂ ਦੇ ਉੱਪਰ ਰਹੇ ਹਨ, ਕੁਝ ਹਨ ਵੀ ਕੰਮ ਕਰ ਰਹੇ ਹਨ, ਕੁਝ ਰਿਟਾਇਰ ਹੋ ਗਏ। ਔਰ ਇੱਕ ਹੋਰ ਗੱਲ, ਇਹ ਸੰਸਥਾ ਇਹ ਦੱਸਦੀ ਹੈ ਕਿ ਇਸ ਸ਼ਹਿਰ ਦੇ ਜੋ ਸ਼ਾਸਕ ਸਨ ਉਹ ਪੜ੍ਹਾਈ ਪ੍ਰਤੀ ਕਿੰਨੇ ਕੌਨਸ਼ੀਅਸ ਸੀਗੇ। ਮੈਂ ਗੱਲ ਕਰ ਰਿਹਾ ਦਹਾਕਿਆਂ ਪਹਿਲਾਂ, ਆਜ਼ਾਦੀ ਤੋਂ ਵੀ ਪਹਿਲਾਂ, ਜਦੋਂ ਨਵਾਬ ਅਹਿਮਦ ਅਲੀ ਖਾਨ ਸਾਹਿਬ ਨੇ ਪੜ੍ਹਾਈ ਬਾਰੇ ਸੋਚਿਆ, ਇਸ ਸ਼ਹਿਰ ਦੇ ਲੋਕਾਂ ਦੀ ਅਪਲਿਫਟਮੈਂਟ ਬਾਰੇ ਸੋਚਿਆ, ਐਜੂਕੇਸ਼ਨਲ ਡਿਵੈਲਪਮੈਂਟ ਬਾਰੇ ਸੋਚਿਆ। ਆਪਾਂ ਗੱਲ ਕਰਦੇ ਹਾਂ ਕਿ ਇਹ ਅਨਅਵੇਅਰ ਨਹੀਂ ਸੀਗੇ, ਇਹ ਅਵੇਅਰ ਸੀਗੇ। ਜੋ ਸਾਡੇ ਨਵਾਬ ਸੀਗੇ ਉਹ ਵੀ ਆਪਣੇ ਲੋਕਾਂ ਪ੍ਰਤੀ ਫੇਥਫੁਲ ਸੀਗੇ, ਲਾਇਲ ਸੀਗੇ, ਔਰ ਲੋਕ ਉਹਨਾਂ ਪ੍ਰਤੀ ਲਾਇਲ ਸੀਗੇ। ਆਓ ਪਹਿਲਾਂ ਚੱਲਦੇ ਹਾਂ ਆਪਾਂ ਇਰਫਾਨ ਫਾਰੂਕੀ ਸਾਹਿਬ ਦੇ ਕੋਲ ਔਰ ਪੁੱਛਦੇ ਹਾਂ ਇਹਦੀ ਹਿਸਟਰੀ। ਸਰ ਥੋੜ੍ਹਾ ਕਾਲਜ ਦੇ ਬਾਰੇ ਦੱਸੋ ਕਿ ਇਹ ਕਾਲਜ ਕਦੋਂ ਸ਼ੁਰੂ ਹੋਇਆ ਔਰ ਕਿਵੇਂ ਇਹਦੀ ਬੁਨਿਆਦ ਰੱਖੀ ਗਈ ਔਰ ਕਿਸ ਸੋਚ ਦੇ ਨਾਲ ਚੱਲਿਆ। ਐਕਚੁਅਲੀ ਇਹ ਨਵਾਬ ਜੋ ਸੀ ਅਹਿਮਦ ਅਲੀ ਖਾਨ ਸਾਹਿਬ, ਉਹਨਾਂ ਨੇ ਇਸ ਨੂੰ ਪਹਿਲਾਂ ਦਿੱਲੀ ਗੇਟ ਦੇ ਕੋਲ, ਜੋ ਅੱਜ ਕੱਲ੍ਹ ਉਰਦੂ ਅਕੈਡਮੀ ਹੈ, ਉੱਥੇ ਸਟਾਰਟ ਕੀਤਾ ਸੀ। ਔਰ ਉਹ ਐਫਏ ਤੱਕ ਹੁੰਦਾ ਸੀ ਉਸ ਟਾਈਮ। ਐਫਏ ਉਸ ਸਮੇਂ ਐਫਏ ਚੱਲਦੀ ਸੀ ਔਰ ਬੀਏ ਨਹੀਂ ਹੁੰਦੀ ਸੀ, ਅਤੇ ਬੀਏ ਵਾਸਤੇ ਲਾਹੌਰ ਜਾਣਾ ਪੈਂਦਾ ਸੀ। ਅਤੇ ਇਹ ਮਲੇਰਕੋਟਲੇ 'ਚ ਪਹਿਲਾ ਇੰਸਟੀਟਿਊਸ਼ਨ ਸੀ ਜਿਹੜਾ ਕਿ 1926 ਦੇ ਵਿੱਚ ਇਹ ਉੱਥੇ ਦਿੱਲੀ ਗੇਟ ਦੇ ਉਰਦੂ ਅਕੈਡਮੀ ਵਾਲੀ ਜਗ੍ਹਾ 'ਤੇ ਖੋਲ੍ਹਿਆ ਗਿਆ ਸੀ। ਔਰ ਉਸ ਸਮੇਂ ਸਭ ਤੋਂ ਪਹਿਲਾ ਜੋ ਪ੍ਰਿੰਸੀਪਲ ਰੱਖਿਆ ਗਿਆ ਉਹ WC ਐਡਕੌਕ 1926 ਤੋਂ ਲੈ ਕੇ 1927 ਤੱਕ ਰਹੇ, ਕਿਉਂਕਿ ਹੁਣ ਉਸ ਸਮੇਂ ਹਿੰਦੁਸਤਾਨ ਆਜ਼ਾਦ ਨਹੀਂ ਹੋਇਆ ਸੀ, ਜਿਸ ਕਰਕੇ ਹਕੂਮਤ ਅੰਗਰੇਜ਼ਾਂ ਦੀ ਸੀ ਔਰ ਬ੍ਰਿਟਿਸ਼ ਗੌਰਮੈਂਟ ਦੇ ਅੰਡਰ ਸੀ। ਇਸ ਕਰਕੇ ਨੈਚੁਰਲੀ ਹੈ ਕਿ ਜੋ ਹੈ ਐਡਕੌਕ ਸਾਹਿਬ ਜੈਸੀ ਇਸ ਦੇ ਪ੍ਰਿੰਸੀਪਲ ਸਨ। ਉਸ ਤੋਂ ਬਾਅਦ 1927 ਤੋਂ ਲੈ ਕੇ 1947 ਤੱਕ ਕੁਰੈਸ਼ੀ ਸਾਹਿਬ ਜੋ ਹਨ ਇਸ ਦੇ ਪ੍ਰਿੰਸੀਪਲ ਰਹੇ, ਜਿਹੜੇ ਕਿ ਬਾਅਦ ਦੇ ਵਿੱਚ ਪਾਕਿਸਤਾਨ ਚਲੇ ਗਏ ਸੀ। ਔਰ 1947 ਤੋਂ ਬਾਅਦ ਚੋਪੜਾ ਸਾਹਿਬ ਇਸ ਦੇ ਪ੍ਰਿੰਸੀਪਲ ਹੋਏ। ਔਰ ਇਸ ਤਰੀਕੇ ਨਾਲ 1956 ਦੇ ਵਿੱਚ ਉਰੇ ਜੋ ਹੈ ਇਸ ਕਾਲਜ ਦੇ ਵਿੱਚ ਜੋ ਅੱਜ ਜਿਸ ਜਗ੍ਹਾ 'ਤੇ ਹੈ ਇੱਥੇ ਆਇਆ, ਔਰ ਇਸ MA ਉਸ ਤੋਂ ਬਾਅਦ 56 'ਚ ਕੁਝ ਸਟਾਰਟ ਹੋਈਆਂ, ਕੁਝ 72 'ਚ ਸਟਾਰਟ ਹੋਈਆਂ। ਔਰ ਅੱਜ ਜੋ ਹਨ ਉਰੇ BSc BCom ਔਰ BA BCA ਔਰ 7 MA ਦੀ ਪੜ੍ਹਾਈ ਕਰਾਈ ਜਾ ਰਹੀ ਹੈ, ਜਿਹਦੇ ਵਿੱਚ 22 ਡਿਪਾਰਟਮੈਂਟਸ ਨੇ। ਔਰ ਇਹ ਜਿਹੜਾ ਕਾਲਜ ਹੈ ਇਸ ਨੂੰ 2004 ਦੇ ਵਿੱਚ ਜੋ ਹੈ ਉਹ NAC ਵੱਲੋਂ ਐਕਰੀਡੇਟ ਕੀਤਾ ਗਿਆ, ਜਿਸ ਦੇ ਵਿੱਚ A ਗ੍ਰੇਡ ਆਇਆ। ਔਰ 2016 ਵਿੱਚ ਦੁਬਾਰਾ ਕੀਤਾ ਗਿਆ, ਜਿਸ ਦੇ ਵਿੱਚ ਫਿਰ A ਗ੍ਰੇਡ ਆਇਆ। ਇਹ ਕਾਲਜ ਦੀਆਂ ਪ੍ਰਾਪਤੀਆਂ ਇੰਨੀਆਂ ਨੇ ਕਿ ਅਗਰ ਆਪਾਂ ਇਸ ਦੇ ਉੱਤੇ ਨਜ਼ਰ ਮਾਰਨ ਲੱਗ ਜਾਈਏ 1926 ਤੋਂ ਲੈ ਕੇ ਹੁਣ ਤੱਕ, ਮੇਰੇ ਖਿਆਲ 'ਚ ਆਪਣਾ ਕਾਫੀ ਸਮਾਂ ਲੱਗੇਗਾ ਔਰ ਇਹ ਚੈਪਟਰ ਕਲੋਜ਼ ਨਹੀਂ ਹੋਏਗਾ। ਔਰ ਜਿਵੇਂ ਅਜਮੇਰ ਸਿੰਘ ਵਾਈਸ ਚਾਂਸਲਰ ਰਹੇ ਨੇ, ਯਾਨੀ ਓਲੰਪਿਕ ਖਿਡਾਰੀ ਰਹੇ ਨੇ, ਉਹ ਇਸੇ ਤਰੀਕੇ ਨਾਲ ਇੱਕ ਅੰਬੈਸਡਰ ਅਹਿਮਦਗੜ੍ਹ ਦੇ ਸੀ, ਉਹ ਇਸ ਇੱਥੋਂ ਹੀ ਗਏ ਸੀ। ਅਤੇ ਇੱਕ ਮਦਨ ਮਦੋਸ਼ ਦੇ ਜਿਹੜੇ ਬੜੇ ਬ੍ਰਦਰ ਨੇ, ਜਿਹੜੇ ਆਪਣੇ ਮਲੇਰਕੋਟਲਾ MC ਹਨ, ਉਹਨਾਂ ਦੇ ਉਹ IRS ਹਨ। ਇਸੇ ਤਰ੍ਹਾਂ ਸਮੰਤ ਗੋਇਲ ਹਨ। ਇਸ ਤਰ੍ਹਾਂ ਅੱਜ ਕੱਲ੍ਹ DC ਗੁਰਦਾਸਪੁਰ ਲੱਗੇ ਹੋਏ ਹਨ ਇਸ਼ਫਾਕ ਸਾਹਿਬ, ਔਰ ਉਹ ਵੀ ਇਸੇ ਕਾਲਜ ਦੇ ਪ੍ਰੋਡਕਟ ਹਨ। ਬਹੁਤ ਇਸ ਤਰ੍ਹਾਂ ਦੇ ਹਨ, ਜਿਵੇਂ ਜੈਪਾਲ ਹਨ, ਜਿਹੜੇ ਕਿ ਬੜੇ ਅੱਛੇ ਖਿਡਾਰੀ ਰਹੇ ਹਨ। ਤਾਂ ਬਹੁਤ ਜ਼ਿਆਦਾ ਜਿਹੜੇ ਮਸਲਨ ਇਸ ਦੀਆਂ ਪ੍ਰਾਪਤੀਆਂ ਨੇ। ਮੈਂ ਵੀ ਇਸ ਕਾਲਜ ਦਾ ਪੜ੍ਹਿਆ ਹੋਇਆ ਹਾਂ ਔਰ ਸ਼ਕੀਲ ਸਾਹਿਬ ਵੀ ਇਸੇ ਕਾਲਜ ਦੇ ਪੜ੍ਹੇ ਹੋਏ ਹਨ। ਔਰ ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਈਵਨ ਜੋ ਹੈ ਆਪਣਾ ਚਲੇ ਗਏ ਔਰ ਅੱਛੀ ਅੱਛੀ ਪੋਸਟਾਂ 'ਤੇ ਲੱਗੇ ਹੋਏ ਹਨ ਜੀ। ਇੱਥੇ ਇਰਫਾਨ ਸਾਹਿਬ ਮੈਂ ਇੱਕ ਗੱਲ ਹੋਰ ਪੁੱਛੂੰਗਾ ਕਿ ਤੁਸੀਂ ਗੱਲ ਕੀਤੀ ਹੈ ਕਿ ਕਾਫੀ ਕੁਝ ਮਤਲਬ ਇੱਥੇ ਹੈ, ਔਰ ਜਿਹੜੀ ਸੋਚ, ਜਿਸ ਸੋਚ ਦੇ ਨਾਲ
ਨਵਾਬ ਸਾਹਿਬ ਇਹ ਇੰਸਟੀਚਿਊਟ ਲੈ ਕੇ ਆਏ ਜਾਂ ਉਹਨਾਂ ਨੇ ਸ਼ੁਰੂ ਕੀਤਾ, ਉਹਨਾਂ ਦੇ ਕੀ ਇਨੀਸ਼ੀਏਟਿਵ ਸੀਗਾ? ਕੀ ਤੁਹਾਨੂੰ ਲੱਗਦਾ ਕਿ ਉਸ ਸੋਚ ਨੂੰ ਮੈਚ ਕਰ ਰਿਹਾ ਹੈ ਇਹ ਇੰਸਟੀਚਿਊਟ? ਐਕਚੁਅਲੀ ਜਦੋਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਸਰ ਸੈਯਦ ਅਹਿਮਦ ਖਾਨ ਨੇ ਐਸਟੈਬਲਿਸ਼ ਕੀਤੀ ਤਾਂ ਉਸ ਸਮੇਂ ਨਵਾਬ ਸਾਹਿਬ ਐਕਚੁਅਲੀ ਸ਼ੁਰੂ ਤੋਂ ਹੀ ਐਜੂਕੇਸ਼ਨ ਲਾਈਨ ਤਾਲੀਮ ਦੀ ਤਰਫ ਉਹਨਾਂ ਦਾ ਧਿਆਨ ਸੀ। ਉਹਨਾਂ ਨੇ ਉੱਥੇ ਵੀ ਐਜੂਕੇਸ਼ਨ ਦੇ ਵਿੱਚ ਜੋ ਹੈ ਫੰਡ ਦਿੱਤਾ, ਜਿਹਦਾ ਕਿ ਅੱਜ ਵੀ ਉਹਨਾਂ ਦੇ ਨਾਮ ਦੇ ਇੱਕ ਕਮਰਾ ਬਣਿਆ ਹੋਇਆ ਹੈ। ਔਰ ਇਹ ਗੱਲ ਹੈ 18 ਆਈ ਥਿੰਕ 89 88 ਦੀ। ਔਰ ਮੈਨੂੰ ਉਸ ਸਮੇਂ ਉਸ ਤੋਂ ਬਾਅਦ 1920 ਦੇ ਵਿੱਚ ਉਹ ਯੂਨੀਵਰਸਿਟੀ ਬਣੀ ਸੀ। ਔਰ ਇਸੇ ਤਰੀਕੇ ਨਾਲ ਉਹਨਾਂ ਨੇ ਇਹ ਚੀਜ਼ ਸੋਚਦੇ ਹੋਏ ਕਿ ਜਦੋਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਜਿਹੜੀ ਕਿ ਐਸੀ ਜਗ੍ਹਾ 'ਤੇ ਬਣਾਈ ਸੀ ਸਰ ਸੈਯਦ ਅਹਿਮਦ ਖਾਨ ਨੇ, ਉਹ ਦਿੱਲੀ 'ਚ ਵੀ ਬਣਾ ਸਕਦੇ ਸਨ, ਉਹ ਵੱਡੇ ਸ਼ਹਿਰ 'ਚ ਬਣਾ ਸਕਦੇ, ਲੇਕਿਨ ਉਹਨਾਂ ਨੇ ਅਲੀਗੜ੍ਹ ਬਣਾਈ। ਉਹ ਮਕਸਦ ਇਹ ਥਾ ਕਿ ਉਹ ਏਰੀਆ ਡਿਵੈਲਪ ਹੋ ਜਾਵੇ। ਇਹੀ ਚੀਜ਼ ਨੂੰ ਸੋਚਦੇ ਹੋਏ ਸਾਡੇ ਨਵਾਬ ਸਾਹਿਬ ਨੇ ਇਸ ਸ਼ਹਿਰ ਦੇ ਵਿੱਚ, ਇਸ ਰਿਆਸਤ ਦੇ ਵਿੱਚ ਜੋ ਹੈ ਇਹ ਐਜੂਕੇਸ਼ਨ ਇੰਸਟੀਟਿਊਸ਼ਨ ਬਣਾਇਆ। ਤਾਂ ਕਿਉਂਕਿ ਬਗੈਰ ਤਾਲੀਮ ਦੇ ਕੋਈ ਵੀ ਕੌਮ, ਕੋਈ ਵੀ ਮੁਲਕ ਔਰ ਕੋਈ ਵੀ ਨੇਸ਼ਨ ਤਰੱਕੀ ਨਹੀਂ ਕਰ ਸਕਦੀ। ਸਭ ਤੋਂ ਪਹਿਲਾਂ ਜੋ ਹੈ ਐਜੂਕੇਸ਼ਨ ਹੈ ਜੀ। ਇਸ ਕਰਕੇ ਉਹਨਾਂ ਨੇ ਐਜੂਕੇਸ਼ਨ ਕਰਨੀ, ਇਹ ਜ਼ਰੂਰੀ ਥਾ ਕਾਲਜ ਦਾ ਇਸਟੈਬਲਿਸ਼ ਹੋਣਾ। ਅਦਰਵਾਈਜ਼ ਲੋਕ ਜਿਹੜੇ ਸੀ ਪਹਿਲਾਂ ਅਲੀਗੜ੍ਹ ਜਾਂ ਕਹਿ ਲਓ ਕਿ ਲਾਹੌਰ ਜਾਇਆ ਕਰਦੇ ਸਨ। ਪੰਜਾਬ ਯੂਨੀਵਰਸਿਟੀ ਲਾਹੌਰ ਹੋਇਆ ਕਰਦੀ ਸੀ ਔਰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਸੀ। ਇਸ ਕਰਕੇ ਉਹਨਾਂ ਨੇ ਬਹੁਤ ਅੱਛਾ ਇਹ ਸਟੈਪ ਚੱਕਿਆ, ਜਿਹੜਾ ਕਿ ਬਾਅਦ ਦੇ ਵਿੱਚ ਇਹ ਸਰਕਾਰੀ ਕਾਲਜ ਬਣ ਗਿਆ ਜੀ। ਸ਼ੁਕਰੀਆ ਜੀ। ਆਪਾਂ ਗੱਲ ਕਰਾਂਗੇ ਪ੍ਰੋਫੈਸਰ ਸ਼ਕੀਲ ਸਾਹਿਬ ਦੇ ਨਾਲ ਵੀ। ਸ਼ਕੀਲ ਸਾਹਿਬ, ਮੇਰਾ ਪਹਿਲਾ ਕੁਐਸਚਨ ਤੁਹਾਡੇ ਤੋਂ ਇਹ ਹੈ, ਮੈਨੂੰ ਇੱਕ ਚੀਜ਼ ਦੱਸੋ, ਇੱਕ ਮਤਲਬ ਉਸਾਰੂ ਸੋਚ ਦਾ ਪਤਾ ਚੱਲਦਾ ਕਿ 1926 ਦੇ ਵਿੱਚ ਆਜ਼ਾਦੀ ਤੋਂ ਪਹਿਲਾਂ ਇੱਕ ਨਵਾਬ ਆਪਣੀ ਜਿਹੜੀ ਮਤਲਬ ਲੋਕ ਨੇ ਉਹਨਾਂ ਦੇ ਵਾਸਤੇ, ਉਹਨਾਂ ਦੀ ਅਪਲਿਫਟਮੈਂਟ ਵਾਸਤੇ ਸੋਚਦਾ ਹੈ ਔਰ ਇੱਕ ਕਾਲਜ, ਇੱਕ ਸੰਸਥਾ ਐਸਟੈਬਲਿਸ਼ ਕਰਦਾ ਹੈ। ਇਹਨੂੰ ਕਿਵੇਂ ਦੇਖਦੇ ਹੋ ਤੁਸੀਂ? ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਜੀ ਕਿ ਉਸ ਸਮੇਂ ਦੇ ਜਿਹੜੇ ਨਵਾਬ ਥੇ ਅਹਿਮਦ ਅਲੀ ਖਾਨ ਸਾਹਿਬ, ਉਹਨਾਂ ਨੇ ਇਹ ਉਪਰਾਲਾ ਕੀਤਾ ਕਿ ਇਸ ਇਲਾਕੇ ਦੇ ਵਿੱਚ ਕਾਲਜ ਦੀ ਸਥਾਪਨਾ ਕੀਤੀ ਜਾਵੇ। ਉਸ ਸਮੇਂ ਦੇ ਜਿਹੜੇ ਟੀਚਰ ਸੀ ਉਹਨਾਂ ਬਾਰੇ ਸਾਨੂੰ ਪੁਰਾਣੇ ਮਤਲਬ ਜਿਹੜੇ ਟੀਚਰ ਰਹੇ ਨੇ ਉਹਨਾਂ ਤੋਂ ਪਤਾ ਲੱਗਦਾ ਹੈ ਕਿ ਬੜੇ ਹੀ ਕੁਆਲੀਫਾਈਡ ਟੀਚਰ ਨਵਾਬ ਸਾਹਿਬ ਨੇ ਅਪੁਆਇੰਟ ਕੀਤੇ ਸੀ, ਅਤੇ ਜਿਹੜੇ ਇਸ ਇਲਾਕੇ ਦੀ ਜਿਨ੍ਹਾਂ ਨੇ ਬੜੇ ਮਤਲਬ ਦਿਲੀ ਤੌਰ 'ਤੇ ਸੇਵਾ ਕੀਤੀ। ਫਿਰ ਇਸ ਦੇ ਵਿੱਚ ਇੱਕ ਆਪਣੇ ਸਾਡੇ ਪ੍ਰਿੰਸੀਪਲ ਸਾਹਿਬ ਥੇ ਮੁਹੰਮਦ ਰਫੀ ਕੁਰੈਸ਼ੀ ਸਾਹਿਬ, ਜਿਹੜੇ 1927 ਤੋਂ ਲੈ ਕੇ 1947 ਤੱਕ 20 ਸਾਲ ਇਸ ਦੇ ਵਿੱਚ ਐਜ਼ ਏ ਪ੍ਰਿੰਸੀਪਲ ਦੇ ਤੌਰ 'ਤੇ ਉਹਨਾਂ ਨੇ ਕੰਮ ਕੀਤਾ। ਅਤੇ ਲੇਕਿਨ 47 ਦੀ ਵੰਡ ਤੋਂ ਬਾਅਦ ਉਹ ਪਾਕਿਸਤਾਨ ਚਲੇ ਗਏ ਸੀ। ਔਰ ਉਸ ਤੋਂ ਬਾਅਦ 1954 ਦੇ ਵਿੱਚ ਪੰਜਾਬ ਗੌਰਮੈਂਟ ਵੱਲੋਂ ਆਜ਼ਾਦੀ ਤੋਂ ਬਾਅਦ ਇਸ ਕਾਲਜ ਨੂੰ ਡਿਗਰੀ ਕਾਲਜ ਦਾ ਰੂਪ ਦੇ ਕੇ ਸਰਕਾਰੀ ਕਾਲਜ ਮਲੇਰਕੋਟਲਾ ਦਾ ਨਾਮ ਦਿੱਤਾ ਗਿਆ। ਔਰ ਇਸ ਦੀ ਨਵੀਂ ਬਿਲਡਿੰਗ ਜਿਹੜੀ ਹੈ ਅੱਜ ਜੋ ਹੈ ਜਿੱਥੇ ਅਸੀਂ ਬੈਠ ਕੇ ਗੱਲ ਕਰ ਰਹੇ ਹਾਂ, ਇਹ ਨਵੀਂ ਬਿਲਡਿੰਗ ਦੀ ਉਸਾਰੀ ਕੀਤੀ ਗਈ ਔਰ ਇੱਥੇ BA ਦੀਆਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ। 1961 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਬਣੀ, ਹੋਂਦ ਵਿੱਚ ਆਈ। ਉਸ ਤੋਂ ਬਾਅਦ ਇਸ ਦੇ ਨਾਲ ਪੰਜਾਬੀ ਯੂਨੀਵਰਸਿਟੀ ਨਾਲ ਇਸ ਨੂੰ ਐਫੀਲੀਏਟ ਕੀਤਾ ਗਿਆ ਅਤੇ ਇੱਥੇ ਨਾਲ MA ਦੀਆਂ ਪੜ੍ਹਾਈ ਦੀਆਂ MA ਦੀਆਂ ਕਲਾਸਿਸ ਜਿਹੜੀਆਂ ਨੇ ਈਵਨਿੰਗ ਦੇ ਵਿੱਚ ਵੀ ਸ਼ੁਰੂ ਕੀਤੀਆਂ ਗਈਆਂ। ਅਤੇ ਅੱਜ ਵੀ ਜਿਹੜਾ ਅਕੈਡਮਿਕ ਦੇ ਪੁਆਇੰਟ ਆਫ ਵਿਊ ਤੋਂ ਹੈ, ਸਾਡੇ ਜਿਹੜੇ ਲੀਡਰ ਨੇ ਮਲੇਰਕੋਟਲਾ ਦੇ, ਉਹਨਾਂ ਨੇ ਵੀ ਇਸ ਦੇ ਵਿੱਚ ਬੜਾ ਯੋਗਦਾਨ ਪਾਇਆ ਹੈ ਇਸ ਨੂੰ ਅੱਗੇ ਵਧਾਉਣ ਦੇ ਵਿੱਚ। ਸਾਡੇ ਕੋਲ ਪਹਿਲਾਂ ਸਿਰਫ BA ਦੀ ਪੜ੍ਹਾਈ ਹੁੰਦੀ ਸੀ, BSc ਦੀ ਪੜ੍ਹਾਈ ਸੀ, ਲੇਕਿਨ 1985 ਦੇ ਵਿੱਚ ਇੱਥੇ BCom ਦੀਆਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ। ਹਾਲਾਤ ਨੂੰ ਮੁੱਖ ਰੱਖਦੇ ਹੋਏ ਫਿਰ ਇੱਥੇ ਆਪਣੇ ਸੈਲਫ ਫਾਈਨਾਂਸਿੰਗ ਕੋਰਸਿਸ ਦੇ ਵਿੱਚ BCA ਦੀ ਕੰਪਿਊਟਰ ਦੀ ਪੜ੍ਹਾਈ ਸ਼ੁਰੂ ਕੀਤੀ ਗਈ ਔਰ BCA ਦੀ ਪੜ੍ਹਾਈ ਦੇ ਨਾਲ ਨਾਲ PGDCA, MSc IT ਔਰ ਉਸ ਤੋਂ ਬਾਅਦ 2019 ਦੇ ਵਿੱਚ ਇੱਥੇ 3 ਨਵੀਆਂ MA ਕਲਾਸਾਂ ਹੋਰ ਸ਼ੁਰੂ ਕੀਤੀਆਂ ਗਈਆਂ, MCom, MSc ਸਾਈਕੋਲੋਜੀ ਅਤੇ MA ਇੰਗਲਿਸ਼, ਇਸ ਦੀ ਪੜ੍ਹਾਈ ਸ਼ੁਰੂ ਕੀਤੀ ਗਈ। ਇਸ ਤੋਂ ਇਲਾਵਾ ਹੁਣ ਪੰਜਾਬ ਗੌਰਮੈਂਟ ਵੱਲੋਂ ਕੁਛ ਸਮੇਂ ਦੇ ਮਤਲਬ ਵਿਦਿਆਰਥੀਆਂ ਦੀ ਮੰਗਾਂ ਨੂੰ ਮੁੱਖ ਰੱਖਦੇ ਹੋਏ ਸ਼ਾਰਟ ਟਰਮ ਕੋਰਸਿਸ ਜਿਹੜੇ ਹਨ ਜਗਤ ਗੁਰੂ ਨਾਨਕ ਦੇਵ ਸਟੇਟ ਓਪਨ ਯੂਨੀਵਰਸਿਟੀ ਦੇ ਸਹਿਯੋਗ ਦੇ ਨਾਲ ਇੱਥੇ ਸ਼ੁਰੂ ਕੀਤੇ ਗਏ ਨੇ, ਜਿਨ੍ਹਾਂ ਵਿੱਚ ਫੈਸ਼ਨ ਡਿਜ਼ਾਈਨਿੰਗ ਨਾਲ ਸੰਬੰਧਿਤ ਇੱਕ ਕੋਰਸ ਹੈ, ਸਰਟੀਫਿਕੇਟ ਕੋਰਸ ਹੈ ਔਰ ਇਸ ਤੋਂ ਇਲਾਵਾ ਇੱਕ ਸੌਫਟਵੇਅਰ ਡਿਵੈਲਪਮੈਂਟ ਦਾ ਕੋਰਸ ਹੈ, ਜਿਸ ਦੇ ਵਿੱਚ ਚੰਗਾ ਹੁੰਗਾਰਾ ਜਿਹੜਾ ਹੈ ਵਿਦਿਆਰਥੀਆਂ ਵੱਲੋਂ ਔਰ ਇਲਾਕੇ ਦੇ ਲੋਕਾਂ ਵੱਲੋਂ ਮਿਲਿਆ ਹੈ ਔਰ ਉਹ ਬੜੇ ਸਫਲਤਾਪੂਰਵਕ ਉਹ ਕੋਰਸ ਜਿਹੜੇ ਨੇ ਉਹ ਚੱਲ ਰਹੇ ਨੇ
ਔਰ ਅਸੀਂ ਭਵਿੱਖ ਦੇ ਵਿੱਚ ਨਵੇਂ ਕੋਰਸ ਹੋਰ ਲੈ ਕੇ ਵੀ ਇਸ ਨੂੰ ਚਾਹੁੰਦੇ ਹਾਂ ਕਿ ਵਿਦਿਆਰਥੀਆਂ ਦੀਆਂ ਜਿਹੜੀਆਂ ਲੋੜਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ ਔਰ ਇੱਕ ਜਿਹੜਾ ਵਿਦਿਆਰਥੀਆਂ ਦੇ ਵਿੱਚ ਬਾਹਰ ਜਾਣ ਦਾ ਜਿਹੜਾ ਟ੍ਰੈਂਡ ਹੈ ਉਸ ਨੂੰ ਠੱਲ ਪਾਈ ਜਾ ਸਕੇ। ਤੇ ਮੈਂ ਇਹੀ ਕਹਾਂਗਾ ਕਿ ਜਿਹੜੇ ਵਿਦਿਆਰਥੀ ਨੇ ਉਹਨਾਂ ਵਿੱਚ ਜਿਹੜਾ ਬਾਹਰ ਜਾਣ ਦਾ ਟ੍ਰੈਂਡ ਹੈ ਉਹ ਬਜਾਏ ਇਸ ਦੇ ਕਿ ਉਹ ਬਾਹਰ ਜਾਣ ਦੇ ਟ੍ਰੈਂਡ ਦੇ ਵਿੱਚ ਆ ਕੇ ਆਪਣੇ ਮਤਲਬ ਇਸ ਦੇਸ਼ ਨੂੰ ਛੱਡ ਕੇ ਜਾ ਰਹੇ ਨੇ, ਉਹਨਾਂ ਦੀ ਬਜਾਏ ਸਾਡੇ ਕੋਲੇ ਇੱਥੇ ਹੀ ਬੜੇ ਮੌਕੇ ਹਨ। ਜਿਸ ਤਰ੍ਹਾਂ ਕਿ ਬੀਕਾਮ ਦੇ ਜਿਹੜੇ ਵਿਦਿਆਰਥੀ ਨੇ, ਕਾਮਰਸ ਦੇ ਵਿਦਿਆਰਥੀ ਹਨ, ਮੈਂ ਉਹਨਾਂ ਨੂੰ ਕਹਾਂਗਾ ਕਿ ਅਗਰ ਉਹ ਬੀਕਾਮ ਤੋਂ ਬਾਅਦ ਅੱਗੇ ਪੜ੍ਹਾਈ ਕਰਨਾ ਚਾਹੁੰਦੇ ਹਨ, ਅੱਗੇ ਕੋਈ ਰੁਜ਼ਗਾਰ ਦੇ ਵਿੱਚ ਅੱਗੇ ਕਰਨ ਜਾਣਾ ਚਾਹੁੰਦੇ ਹਨ, ਤਾਂ ਜਿਸ ਤਰ੍ਹਾਂ ਕਿ ਨੈਸ਼ਨਲ ਸਟਾਕ ਐਕਸਚੇਂਜ ਹੈ, NSE ਜਿਸ ਨੂੰ ਅਸੀਂ ਕਹਿੰਦੇ ਹਾਂ, ਉਸ ਦੀ ਵੈਬਸਾਈਟ ਦੇ ਉੱਪਰ, ਪੋਰਟਲ ਦੇ ਉੱਪਰ ਉਹ NSE ਵੱਲੋਂ ਜਿਹੜੇ ਹਨ ਕੋਰਸਿਸ, ਸ਼ਾਰਟ ਟਰਮ ਕੋਰਸਿਸ ਚਲਾਏ ਜਾਂਦੇ ਹਨ, ਮੋਡਿਊਲਸ ਹਨ, ਜਿਨ੍ਹਾਂ ਨੂੰ ਕਰਕੇ ਔਨਲਾਈਨ ਹੀ ਉਹਨਾਂ ਦੀ ਰਜਿਸਟ੍ਰੇਸ਼ਨ ਹੁੰਦੀ ਹੈ, ਔਨਲਾਈਨ ਹੀ ਉਹਨਾਂ ਦੇ ਟੈਸਟ ਲਏ ਜਾਂਦੇ ਹਨ, ਔਨਲਾਈਨ ਹੀ ਉਹਨਾਂ ਦੇ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਹਨ। ਉਹਨਾਂ ਨੂੰ ਲੈ ਕੇ ਤੁਸੀਂ ਸਟਾਕ ਐਕਸਚੇਂਜ ਦੇ ਵਿੱਚ ਬ੍ਰੋਕਰ ਦਾ ਕੰਮ ਕਰ ਸਕਦੇ ਹੋ, ਮਿਊਚੁਅਲ ਫੰਡ ਵੇਚ ਸਕਦੇ ਹੋ। ਦੂਜੇ ਜਿਹੜੇ ਨੇ ਇਸ ਤਰ੍ਹਾਂ ਦੇ ਮੋਡਿਊਲਸ ਨੇ, ਜਿਵੇਂ ਜਿਵੇਂ ਤੁਸੀਂ ਉਹ ਮੋਡਿਊਲਸ ਕਰੀ ਜਾਓਗੇ ਪੂਰੇ, ਤਾਂ ਤੁਹਾਨੂੰ ਜਿਹੜਾ ਹੈ ਅੱਗੇ ਫਾਈਨਾਂਸ ਦੇ ਵਿੱਚ ਅੱਗੇ ਦੀ ਅੱਗੇ ਤੁਸੀਂ ਵਧੀਆ ਫੀਲਡ ਦੇ ਵਿੱਚ ਅੱਗੇ ਤਰੱਕੀ ਕਰ ਸਕਦੇ ਹੋ। ਜੀ ਪ੍ਰੋਫੈਸਰ, ਇੱਕ ਮੈਨੂੰ ਗੱਲ ਦੱਸੋ, ਕੁੱਲ ਮਿਲਾ ਕੇ ਅਗਰ ਮੈਂ ਗੱਲ ਕਰਾਂ ਜਗ੍ਹਾ ਦੀ, ਤਾਂ ਇਹ ਕਿੰਨਾ ਏਰੀਆ ਕਿੰਨਾ ਹੈ ਗਵਰਨਮੈਂਟ ਕਾਲਜ ਦਾ? ਇਹ ਲਗਭਗ 19 ਏਕੜ ਦੇ ਕਰੀਬ ਜਗ੍ਹਾ ਹੈ ਔਰ ਸਾਡਾ ਜਿਹੜਾ ਕੈਂਪਸ ਹੈ ਇਸ ਦੇ ਵਿੱਚ ਹਾਕੀ ਗਰਾਊਂਡ, ਫੁੱਟਬਾਲ ਗਰਾਊਂਡ ਅਤੇ ਉਸ ਤੋਂ ਇਲਾਵਾ ਲੌਨਸ ਨੇ, ਪੈਸੇਜਿਸ ਹਨ। ਸਾਡੇ ਕੋਲ ਬੜੀ ਰਿਚ ਲਾਇਬ੍ਰੇਰੀ ਹੈ, ਬਾਬਾ ਬੁੱਲੇ ਸ਼ਾਹ ਲਾਇਬ੍ਰੇਰੀ ਦੇ ਨਾਮ 'ਤੇ ਹੈ, ਜਿੱਥੇ ਸਾਡੇ ਕੋਲ ਲਗਭਗ 50,000 ਦੇ ਕਰੀਬ ਲਾਇਬ੍ਰੇਰੀ ਦੇ ਵਿੱਚ ਬੁੱਕਸ ਹਨ ਔਰ ਬਹੁਤ ਰੇਅਰ ਬੁੱਕਸ ਵੀ ਹਨ ਸਾਡੇ ਕੋਲ, ਪੁਰਾਣੇ ਪਈਆਂ ਹਨ। ਇਸ ਤੋਂ ਇਲਾਵਾ ਹਰ ਇੱਕ ਡਿਪਾਰਟਮੈਂਟ, ਜਿਹੜੇ ਸਾਡੇ PG ਡਿਪਾਰਟਮੈਂਟਸ ਹਨ, ਉਹਨਾਂ ਡਿਪਾਰਟਮੈਂਟਸ ਦੀਆਂ ਵੱਖਰੀਆਂ ਜਿਹੜੀਆਂ ਆਪਣੀਆਂ ਡਿਪਾਰਟਮੈਂਟਲ ਲਾਇਬ੍ਰੇਰੀਜ਼ ਵੀ ਹਨ, ਜਿੱਥੋਂ ਵਿਦਿਆਰਥੀਆਂ ਦੀਆਂ ਜਿਹੜੀਆਂ ਲੋੜਾਂ ਹਨ ਡਿਪਾਰਟਮੈਂਟ ਲੈਵਲ ਦੇ ਉੱਪਰ ਪੂਰੀਆਂ ਕੀਤੀਆਂ ਜਾਂਦੀਆਂ ਹਨ। ਸਮਾਰਟ ਕਲਾਸਰੂਮਸ ਹਨ, ਜਿਨ੍ਹਾਂ ਦੇ ਰਾਹੀਂ ਬੱਚਿਆਂ ਨੂੰ ਅੱਜ ਕੱਲ੍ਹ ਜਿਹੜੀਆਂ ਟੀਚਿੰਗ ਏਡਸ ਹਨ, ਪ੍ਰੋਜੈਕਟਰ ਦੇ ਰਾਹੀਂ, ਸਕੈਨਰ ਦੇ ਰਾਹੀਂ ਜਾਂ ਇੰਟਰਨੈਟ ਦੇ ਮਾਧਿਅਮ ਦੇ ਰਾਹੀਂ, ਲੈਕਚਰਸ ਦੇ ਰਾਹੀਂ ਅਸੀਂ ਸਾਡੇ ਦੁਆਰਾ ਅਤੇ ਪਲੱਸ ਈਵਨ ਕਿ ਨੈੱਟ ਦੇ ਦੁਆਰਾ ਵੀ ਉਹਨਾਂ ਨੂੰ ਪੜ੍ਹਾਇਆ ਜਾਂਦਾ ਹੈ ਔਰ ਉਹਨਾਂ ਦੀ ਵਰਤੋਂ ਅਸੀਂ ਕਰਦੇ ਹਾਂ। ਵਰਚੁਅਲ ਕਲਾਸਰੂਮ ਵੀ ਹਨ ਸਾਡੇ ਕੋਲ, ਲੈਂਗੁਏਜ ਲੈਬ ਹੈ ਔਰ ਇਸ ਤੋਂ ਇਲਾਵਾ BCA ਦੇ ਨਾਲ ਕੰਪਿਊਟਰ ਦੀ ਸਾਡੇ ਕੋਲ ਕੰਪਿਊਟਰ ਲੈਬ ਹੈ। ਹੋਰ ਦੂਜੀਆਂ ਜਿਹੜੀਆਂ ਸਾਇੰਸ ਨਾਲ ਰਿਲੇਟਡ ਹਨ ਸਾਡੇ ਕੋਲ, ਜ਼ੂਲੌਜੀ, ਬੋਟਨੀ, ਫਿਜ਼ਿਕਸ, ਕੈਮਿਸਟਰੀ, ਹਰ ਇੱਕ ਪੱਖੋਂ ਜਿਹੜਾ ਹੈ ਇਹ ਕਾਲਜ ਜਿਹੜਾ ਹੈ ਸੰਪੰਨ ਹੈ। ਅਤੇ ਔਰ ਸਟਾਫ ਜਿਹੜਾ ਹੈ ਸਾਡੇ ਕੋਲ ਹਾਈਲੀ ਕੁਆਲੀਫਾਈਡ ਸਟਾਫ ਹੈ ਔਰ ਜੋ ਹਰ ਵਕਤ ਵਿਦਿਆਰਥੀਆਂ ਦੀ ਲੋੜਾਂ ਨੂੰ ਪੂਰਾ ਕਰਨ ਦੇ ਲਈ ਤਤਪਰ ਰਹਿੰਦਾ ਹੈ। ਥੈਂਕ ਯੂ ਜੀ, ਥੈਂਕ ਯੂ ਸਰ। ਇੱਕ ਵਾਰ ਫਿਰ ਆਪਾਂ ਡਾਕਟਰ ਇਰਫਾਨ ਸਾਹਿਬ ਦੇ ਨਾਲ ਗੱਲ ਕਰਾਂਗੇ। ਆਪਾਂ ਚੱਲਦੇ ਹਾਂ। ਡਾਕਟਰ ਸਾਹਿਬ, ਮੇਰਾ ਇੱਕ ਕੁਐਸਚਨ ਹੈ ਜੋ ਹਮੇਸ਼ਾ ਮਨ ਦੇ ਵਿੱਚ ਖਟਕਦਾ ਹੈ, ਉਹ ਇਹ ਹੈ ਕਿ ਬਹੁਤ ਕੁਛ ਹੈ ਗਵਰਨਮੈਂਟ ਕਾਲਜ ਦੇ ਵਿੱਚ। ਕੀ ਤੁਹਾਨੂੰ ਲੱਗਦਾ ਕਿ ਮਾਡਰਨ ਐਜੂਕੇਸ਼ਨ ਨੂੰ ਲੈ ਕੇ ਮਲੇਰਕੋਟਲੇ ਦੇ ਲੋਕਾਂ ਦਾ, ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ, ਮਲੇਰਕੋਟਲੇ ਦੇ ਬਹੁਤ ਸਾਰੇ ਬੱਚੇ ਜੋ ਲਾਅ ਕਰਨ ਜਾਂਦੇ ਆ, ਪੰਜਾਬੀ ਯੂਨੀਵਰਸਿਟੀ ਕਰਦੇ ਜਾਂ ਹੋਰ ਕਿਸੇ ਕਾਲਜਿਸ ਦੇ ਵਿੱਚ ਕਰਦੇ ਆ, ਜਾਂ ਆਪਾਂ ਗੱਲ ਕਰਦੇ ਹਾਂ ਕੁਛ ਐਸੇ ਵੋਕੇਸ਼ਨਲ ਕੋਰਸਿਸ, ਐਸੇ ਪ੍ਰੋਫੈਸ਼ਨਲ ਕੋਰਸਿਸ ਜਿਨ੍ਹਾਂ ਨੂੰ ਕਰਨ ਤੋਂ ਬਾਅਦ ਜਿਹੜੇ ਰੁਜ਼ਗਾਰ ਦੇ ਮਤਲਬ ਦਰਵਾਜ਼ੇ ਖੁੱਲ੍ਹਦੇ ਹੋਣ। ਆਪਾਂ ਗੱਲ ਕਰਦੇ ਹਾਂ MA, ਆਪਾਂ ਉਰਦੂ ਦੀ ਗੱਲ ਕਰਦੇ ਹਾਂ, MA ਸਾਈਕੋਲੋਜੀ ਦੀ ਗੱਲ ਕਰਦੇ ਹਾਂ, MA ਇੰਗਲਿਸ਼ ਦੀ ਗੱਲ ਕਰਦੇ ਹਾਂ। ਨੋ ਡਾਊਟ ਹਰੇਕ ਪੜ੍ਹਾਈ ਦਾ ਆਪਣਾ ਇੱਕ ਮਹੱਤਵ ਹੈ, ਆਪਣੇ ਲਾਈਨਸ ਨੂੰ ਬਹੁਤ ਸਾਰੀਆਂ ਲਾਈਨਸ ਖੁੱਲ੍ਹਦੀਆਂ ਹਨ, ਲੇਕਿਨ ਕੁਛ ਐਸੇ ਕੋਰਸਿਸ ਜਿਹੜੇ ਪ੍ਰੋਫੈਸ਼ਨਲ ਅੱਜ ਦੇ ਮਾਡਰਨ ਦੌਰ ਦੇ ਵਿੱਚ ਨੇ, ਕੀ ਉਹ ਵੀ ਇੱਥੇ ਆਉਣੇ ਚਾਹੀਦੇ ਨੇ? ਆਉਣੇ ਚਾਹੀਦੇ ਹਨ, ਆ ਚੁੱਕੇ ਹਨ। ਵੈਰੀ ਗੁੱਡ। ਹੁਣੇ ਇੱਕ ਨਵਾਂ ਪਿਛਲੇ ਸਾਲ ਸਟਾਰਟ ਕੀਤਾ ਹੈ, ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਵੱਲੋਂ ਪੂਰੇ ਕੋਰਸ ਸਟਾਰਟ ਕੀਤੇ ਗਏ ਨੇ, ਜਿਹੜੇ ਕਿ ਪ੍ਰੋਫੈਸ਼ਨਲ ਨੇ, ਵੋਕੇਸ਼ਨਲ ਕੋਰਸਿਸ ਨੇ, ਜਿਨ੍ਹਾਂ ਦੇ ਵਿੱਚ ਫੈਸ਼ਨ ਡਿਜ਼ਾਈਨਿੰਗ ਹੈ, ਇੱਕ ਸੌਫਟਵੇਅਰ ਨਾਲ ਰਿਲੇਟਡ ਹੈ। 2 ਅਸੀਂ ਕੋਰਸ ਅੱਗੇ ਹੋਰ ਲੈਣ ਜਾ ਰਹੇ ਹਾਂ ਔਰ ਇਹ ਤਕਰੀਬਨ ਪ੍ਰੋਫੈਸ਼ਨਲ ਕੋਰਸਿਸ ਸਟਾਰਟ ਅਸੀਂ ਕਰ ਰਹੇ ਹਾਂ। ਦੂਸਰੀ ਇਸ ਦੇ ਨਾਲ ਨਾਲ ਇੱਕ ਚੀਜ਼ ਹੋਰ ਤੁਸੀਂ ਡਿਫਰੈਂਟ ਦੇਖੋ ਇਸ ਕਾਲਜ ਦੀ ਪੂਰੇ ਪੰਜਾਬ ਦੇ ਵਿੱਚ, ਕਿ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਪੋਸਟ ਗ੍ਰੈਜੂਏਸ਼ਨ ਉਰਦੂ ਨਹੀਂ ਹੈ ਔਰ
पूरे यूनिक चीज़ है। और दूसरी ग्रेजुएशन तो है ही है। इस तो इलावा साइकोलॉजी ਦੀ ਤੁਹਾਨੇ ਗੱਲ ਕੀਤੀ, ਸਾਈਕੋਲੋਜੀ ਦੀ ਪੂਰੇ ਪੰਜਾਬ ਦੇ ਵਿੱਚ MA ਰੈਗੂਲਰ ਕਿਸੇ ਕਾਲਜ 'ਚ ਨਹੀਂ ਹੈ, ਸਿਰਫ ਗਵਰਨਮੈਂਟ ਕਾਲਜ ਦੇ ਵਿੱਚ, ਸਿਰਫ ਇਸੇ ਕਾਲਜ ਦੇ ਵਿੱਚ ਹੈ। ਔਰ ਜਾਂ ਪੰਜਾਬੀ ਜਾਂ ਯੂਨੀਵਰਸਿਟੀਜ਼ ਦੇ ਵਿੱਚ ਹੈ ਪੰਜਾਬ ਦੀਆਂ, ਜਾਂ ਫਿਰ ਜਿਹੜੀ ਰੈਗੂਲਰ ਇਸ ਕਾਲਜ ਦੇ ਵਿੱਚ MA ਸਟਾਰਟ ਕੀਤੀ ਗਈ ਹੈ ਪਿਛਲੇ ਸਾਲ। ਜੀ ਪ੍ਰੋਫੈਸਰ ਬਹੁਤ ਅੱਛੀ ਐਫਰਟ ਰਹੀ ਹੈ ਇੱਥੇ ਦੇ ਸਟਾਫ ਦੀ, ਇੱਥੇ ਦੇ ਆਪਾਂ ਗੱਲ ਕਰੀਏ ਪ੍ਰੋਫੈਸਰ ਸਾਹਿਬਾਨ ਦੀ, ਮੈਂ ਖੁਦ ਵੀ ਇੱਥੇ ਦਾ ਹੀ ਪ੍ਰੋਡਕਟ ਹਾਂ। ਅਤੇ ਆਪਾਂ ਗੱਲ ਕਰੀਏ ਕਿ ਕੁਛ ਇੱਕ ਹੋਰ ਜੋ ਮਤਲਬ ਡਰੋਪ ਆਊਟਸ ਹੈ, ਕੋਈ ਸਕੂਲ ਡਰੋਪ ਆਊਟਸ ਹੈ ਕਾਲਜ ਦੇ ਵਿੱਚੋਂ, ਕੁਝ ਸਾਡੀ ਸਾਥੀ ਸੀਗੇ ਜਿਹੜੇ ਨਹੀਂ ਗ੍ਰੈਜੂਏਟ ਹੋ ਸਕੇ, ਨਹੀਂ ਗ੍ਰੈਜੂਏਸ਼ਨ ਕਰ ਸਕੇ, ਸਰ ਉਹਨਾਂ ਵਾਸਤੇ ਕੀ ਤੁਹਾਨੂੰ ਲੱਗਦਾ ਕਿ ਈਵਨਿੰਗ ਦੇ ਵਿੱਚ ਕੁਝ ਐਸੀਆਂ ਕਲਾਸਿਸ ਸ਼ੁਰੂ ਹੋ ਜਾਣ ਜਿਹਦੇ ਨਾਲ ਮਤਲਬ ਸ਼ਹਿਰ ਦੇ ਜੋ ਕੁਝ ਐਸੇ ਬੰਦੇ ਆ ਜੋ ਕਿਸੇ ਕਾਰਨ ਕਰਕੇ ਪੜ੍ਹਾਈ ਛੱਡ ਗਏ, ਉਹ ਦੁਬਾਰਾ ਪੜ੍ਹਾਈ ਨਾਲ ਜੁੜਨ ਅਤੇ ਇਸ ਕਾਲਜ ਨਾਲ ਜੁੜਨ, ਕੀ ਲੱਗਦਾ ਹੋ ਸਕਦਾ? ਦੇਖੋ ਹਰ ਚੀਜ਼ ਪੋਸੀਬਲ ਹੈ। ਔਰ ਜੋ ਅੱਜ ਦੀ ਸਾਡੀ ਸਰਕਾਰ ਹੈ ਔਰ ਉਹ ਵੀ ਚਾਹੁੰਦੀ ਹੈ ਐਜੂਕੇਸ਼ਨ ਦੇ ਉੱਤੇ ਧਿਆਨ ਦੇਣਾ। ਔਰ ਮੇਰੇ ਖਿਆਲ ਦੇ ਵਿੱਚ ਅਗਰ ਇਹ ਈਵਨਿੰਗ ਕਲਾਸਿਸ ਜਿਵੇਂ ਲਾਅ ਦਾ ਹੈ ਇਹ ਉਰੇ ਸਟਾਰਟ ਹੋ ਜਾਵੇ, ਜਿਹੜੇ ਬੰਦੇ ਬਿਜ਼ਨਸ ਕਰਦੇ ਨੇ ਜਾਂ ਕਹਿ ਲਓ ਕੋਈ ਜੌਬਸ ਕਰਦੇ ਨੇ ਔਰ ਉਹ ਲਾਅ ਕਰਨਾ ਚਾਹੁੰਦੇ ਹਨ, ਜਾਂ ਇਸ ਤੋਂ ਇਲਾਵਾ ਹੋਰ ਦੂਸਰੇ ਜਿਹੜੇ ਪ੍ਰੋਫੈਸ਼ਨਲ ਕੋਰਸਿਸ ਨੇ ਹੈ ਨਾ, ਔਰ ਉਹ ਮੇਰੇ ਖਿਆਲ 'ਚ ਬਹੁਤ ਵਧੀਆ ਇੱਕ ਅੱਛੀ ਸੁਜੈਸ਼ਨ ਹੈ ਕਿ ਔਰ ਮੇਰੇ ਖਿਆਲ 'ਚ ਇਹ ਸਾਡੇ ਜਿਹੜੇ ਹਨ ਡਾਕਟਰ ਜਮੀਲ ਸਾਹਿਬ ਵੀ ਇਸੇ ਕਾਲਜ ਦੇ ਪ੍ਰੋਡਕਟ ਨੇ, ਜਿਹੜੇ ਸਾਡੇ MLA ਨੇ। ਔਰ ਕਿਉਂਕਿ ਉਹਨਾਂ ਨੇ ਗ੍ਰੈਜੂਏਸ਼ਨ ਵੀ ਉਰੀ ਕੀਤੀ, ਸਾਡੇ ਸੀਨੀਅਰ ਹੋਇਆ ਕਰਦੇ ਸੀ, ਔਰ ਫਿਰ ਪੋਸਟ ਗ੍ਰੈਜੂਏਸ਼ਨ ਕੀਤੀ। ਔਰ ਉਰੇ ਦੇ ਹੀ ਪ੍ਰੋਫੈਸਰ ਸੀ ਇਕਬਾਲ ਸਾਹਿਬ, ਰਿਟਾਇਰ ਹੋਏ, ਉਹਨਾਂ ਦੇ ਅੰਡਰ PhD ਕੀਤੀ ਹੈ ਉਹਨਾਂ ਨੇ। ਤਾਂ ਇਸ ਤਰੀਕੇ ਨਾਲ ਜੋ ਹੈ ਜ਼ਰੂਰ ਇਹ ਚੀਜ਼ ਹੋਣੀ ਚਾਹੀਦੀ ਹੈ। ਔਰ ਮੈਨੂੰ ਉਮੀਦ ਹੈ ਔਰ ਸਾਡੇ MLA ਸਾਹਿਬ ਡਾਕਟਰ ਜਮੀਲੁਰ ਰਹਿਮਾਨ ਸਾਹਿਬ ਬਿਲਕੁਲ ਧਿਆਨ ਦੇਣਗੇ ਇਸ ਵੱਲ ਕਿ ਉਹ ਈਵਨਿੰਗ ਕਲਾਸਿਸ ਕਰਨੀ ਕਿਉਂ ਜੋ ਹੈ ਇਹ ਕਾਲਜ ਦੇ ਵਿੱਚ ਸਟਾਰਟ ਹੋਣ। ਜੀ ਆਪਾਂ ਇੱਕ ਲਾਸਟ ਕੁਐਸਚਨ ਦੇ ਨਾਲ ਸ਼ਕੀਲ ਸਾਹਿਬ ਕੋਲ ਚੱਲਦੇ, ਫਿਰ ਆਪਾਂ ਕੰਕਲੂਡ ਕਰਦੇ ਹਾਂ। ਸ਼ਕੀਲ ਸਾਹਿਬ ਮੈਨੂੰ ਗੱਲ ਦੱਸੋ, ਆਪਾਂ ਗੱਲ ਕੀਤੀ ਅਕੈਡਮਿਕਲੀ ਤਾਂ ਬਹੁਤ ਰਿਚ ਆਪਾਂ ਕਹੀਏ ਹਿਸਟਰੀ ਇਸ ਕਾਲਜ ਦੀ, ਸਪੋਰਟਸ ਔਰ ਹੋਰ ਜਿਹੜੀ ਦੂਸਰੀ ਕੋ ਕਰਿਕੂਲਮ ਐਕਟੀਵਿਟੀਜ਼ ਉਹ ਕਿੰਨੀਆਂ ਹੈਗੀਆਂ ਮਤਲਬ ਜਿਨ੍ਹਾਂ ਨੂੰ ਆਪਾਂ ਦੱਸ ਸਕਦੇ ਹਾਂ ਪਬਲਿਕ ਨੂੰ? ਸਪੋਰਟਸ ਔਰ ਐਕਸਟਰਾ ਕਰਿਕੂਲਰ ਜਿਹੜੀਆਂ ਐਕਟੀਵਿਟੀਜ਼ ਨੇ, ਕਲਚਰਲ ਐਕਟੀਵਿਟੀਜ਼ ਜਿਹੜੀਆਂ ਨੇ, ਅਤੇ ਉਹ ਸਾਡੇ ਮਤਲਬ NCC NSS ਔਰ ਇਸ ਤੋਂ ਇਲਾਵਾ ਯੂਥ ਫੈਸਟੀਵਲ ਦੇ ਵਿੱਚ ਵੀ ਬੱਚੇ ਪਾਰਟੀਸਪੇਟ ਕਰਦੇ ਹਨ। ਜ਼ੋਨਲ ਤੱਕ, ਇੰਟਰ ਜ਼ੋਨਲ ਯੂਥ ਫੈਸਟੀਵਲ ਤੱਕ, ਈਵਨ ਕਿ ਇੰਟਰ ਯੂਨੀਵਰਸਿਟੀ ਤੱਕ ਵੀ ਜਾਂਦੇ ਹਨ। ਸੇਮ ਇਸੇ ਤਰ੍ਹਾਂ ਹੀ ਸਾਡੇ ਸਪੋਰਟਸ ਦੇ ਵਿੱਚ ਵੀ, ਸਪੋਰਟਸ ਦੇ ਖੇਤਰ ਦੇ ਵਿੱਚ ਵੀ ਬੱਚਿਆਂ ਨੇ ਚੰਗੀਆਂ ਮੱਲਾਂ ਮਾਰੀਆਂ ਨੇ। ਆਪਣੇ ਰੈਸਲਿੰਗ ਦੇ ਵਿੱਚ ਪਿਛਲੇ ਸਾਲ ਹੀ ਸਾਡੇ ਕਾਲਜ ਦੇ ਜਿਹੜੇ ਵਿਦਿਆਰਥੀ ਨੇ ਉਹ 골ਡ ਮੈਡਲ ਲੈ ਕੇ ਆਏ ਨੇ। ਔਰ ਉਸ ਤੋਂ ਇਲਾਵਾ ਕਲਚਰਲ ਐਕਟੀਵਿਟੀਜ਼ ਦੇ ਵਿੱਚ ਵੀ ਚੰਗਾ, ਇੰਟਰ ਜ਼ੋਨਲ ਯੂਥ ਫੈਸਟੀਵਲ ਦੇ ਵਿੱਚੋਂ ਵੀ ਸਾਡੀਆਂ ਜਿਹੜੀਆਂ ਵਿਦਿਆਰਥੀ ਅਤੇ ਵਿਦਿਆਰਥਣਾਂ ਨੇ ਚੰਗੀਆਂ ਪ੍ਰਾਪਤੀਆਂ ਕੀਤੀਆਂ ਹਨ। ਔਰ ਅਕੈਡਮਿਕਲੀ ਤਾਂ ਹੈ ਹੀ ਹੈ ਕਿ ਸਾਡੇ ਕੋਲ ਕਾਫੀ ਕੁਛ ਹੈ, ਅਤੇ ਫਿਜ਼ੀਕਲ ਅਸੀਂ ਅਗਰ ਦੇਖੀਏ ਤਾਂ ਸਾਡੇ ਕੋਲ ਜਿਹੜਾ ਕੈਂਪਸ ਹੈ ਉਹ ਬੜਾ ਲਸ਼ ਮਤਲਬ ਵਧੀਆ ਕੈਂਪਸ ਹੈ। ਐਡਾ ਵੱਡਾ ਕੈਂਪਸ ਜਿਹੜਾ ਹੈ ਕਿਤੇ ਹੋਰ ਵੱਡੇ ਕਿਸੇ ਕਾਲਜ 'ਚ ਨਹੀਂ ਮਿਲਦਾ। ਅਤੇ ਸਾਡੇ ਕੋਲ ਜਿਹੜੀਆਂ ਹਨ ਵਧੀਆ ਲੈਬਸ ਨੇ, ਟੀਚਰਸ ਨੇ, ਅਤੇ ਅਸੀਂ ਵਿਦਿਆਰਥੀਆਂ ਨੂੰ ਜਿਹੜੇ ਐਡਮਿਸ਼ਨਾਂ ਲੈਣਾ ਚਾਹੁੰਦੇ ਹਨ ਉਹਨਾਂ ਨੂੰ ਇਹ ਕਹਾਂਗੇ ਕਿ ਜਿਹੜਾ ਇੱਕ ਆਮ ਬਣੀ ਹੋਈ ਧਾਰਨਾ ਹੈ ਕਿ ਜੀ ਪ੍ਰਾਈਵੇਟ ਜਿਹੜੇ ਇੰਸਟੀਟਿਊਸ਼ਨ ਨੇ ਉਹਨਾਂ ਦੇ ਵਿੱਚ ਪੜ੍ਹਾਈ ਵਧੀਆ ਹੁੰਦੀ ਹੈ, ਜਾਂ ਉਹਨਾਂ ਦੇ ਵਿੱਚ ਜੀ ਉਹਨਾਂ ਦਾ ਵਿੱਚ ਜਾਣ ਦਾ ਉਹਨਾਂ ਦਾ ਟਰੈਂਡ ਹੈ, ਅਤੇ ਨਹੀਂ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਸਰਕਾਰੀ ਕਾਲਜ ਮਲੇਰਕੋਟਲਾ ਦੇ ਵਿੱਚ ਐਡਮਿਸ਼ਨ ਲੈਣ। ਇੱਥੇ ਉਹ ਸਾਰਾ ਕੁਛ ਅਵੇਲੇਬਲ ਹੈ ਜੋ ਉਹ ਚਾਹੁੰਦੇ ਹਨ। ਔਰ ਪਲੱਸ ਇੱਥੇ ਜਿਹੜਾ ਸਟਾਫ ਹੈ ਉਹ ਹਾਈਲੀ ਕੁਆਲੀਫਾਈਡ ਹੈ ਐਜ਼ ਪਰ ਜੋ UGC ਦੇ ਨੋਰਮਸ ਨੇ, ਪੰਜਾਬ ਗੌਰਮੈਂਟ ਦੇ ਨੋਰਮਸ ਨੇ, ਉਹਨਾਂ ਦੇ ਅਨੁਸਾਰ ਉਹਨਾਂ ਦੀਆਂ ਨਿਯੁਕਤੀਆਂ ਹੋਈਆਂ ਨੇ। ਅਤੇ ਉਹ ਹਮੇਸ਼ਾ ਸਟੂਡੈਂਟਸ ਦੇ ਲਈ ਪੜ੍ਹਾਈ ਦੇ ਪ੍ਰਤੀ ਹਮੇਸ਼ਾ ਤਤਪਰ ਰਹਿੰਦੇ ਹਨ। ਜੀ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਆਪਾਂ ਗੱਲ ਕਰ ਰਹੇ ਸੀ ਗਵਰਨਮੈਂਟ ਕਾਲਜ ਮਲੇਰਕੋਟਲਾ ਦੇ ਬਾਰੇ, ਗੱਲ ਕੀਤੀ ਹੈ ਡਾਕਟਰ ਇਰਫਾਨ ਫਾਰੂਕੀ ਸਾਹਿਬ ਦੇ ਨਾਲ, ਗੱਲ ਕੀਤੀ ਹੈ ਆਪਾਂ ਪ੍ਰੋਫੈਸਰ ਸ਼ਕੀਲ ਸਾਹਿਬ ਦੇ ਨਾਲ। ਇਹਨਾਂ ਦੀਆਂ ਗੱਲਾਂ ਤੋਂ ਇੱਕ ਗੱਲ ਦਾ ਤਾਂ ਪਤਾ ਚੱਲਦਾ ਹੈ ਕਿ ਬਹੁਤ ਪੁਰਾਣੀ ਔਰ ਰਿਚ ਹਿਸਟਰੀ ਹੈ, ਹਰ ਚੀਜ਼ ਮੌਜੂਦ ਹੈ। ਹੁਣ ਮੈਂ ਤਾਂ ਆਪਣੇ ਇਸ ਪਲੇਟਫਾਰਮ ਤੋਂ ਇੱਕ ਇਹ ਵੀ ਕਹਿਣਾ ਚਾਹੂੰਗਾ ਸਰਕਾਰਾਂ ਨੂੰ ਕਿ ਜਿੱਥੇ ਉਰੇ ਮੈਡੀਕਲ ਕਾਲਜ ਮਲੇਰਕੋਟਲੇ ਦੇ ਵਿੱਚ ਦਿੱਤਾ ਗਿਆ, ਕਿਉਂ ਨਾ ਇਸੇ ਕਾਲਜ ਨੂੰ ਜੋ ਐਸਟੈਬਲਿਸ਼ਡ ਹੈ ਇਹਨੂੰ ਇੱਕ ਯੂਨੀਵਰਸਿਟੀ ਦਾ ਦਰਜਾ ਦਿਵਾਇਆ ਜਾਵੇ।
ਅਗਰ ਇੱਕ ਯੂਨੀਵਰਸਿਟੀ ਬਣ ਜਾਂਦੀ ਹੈ ਗਵਰਨਮੈਂਟ ਕਾਲਜ ਤਾਂ ਆਟੋਮੈਟਿਕਲੀ ਇੱਥੇ ਮੈਡੀਕਲ ਦੀ ਵੀ ਹਾਇਰ ਸਟੱਡੀਜ਼ ਆ ਜਾਣਗੀਆਂ ਤੇ ਦੂਸਰੇ ਵੀ ਜੋ ਸਬਜੈਕਟਸ ਹੈਗੇ ਜਿਨ੍ਹਾਂ ਚੀਜ਼ਾਂ ਦੀ ਅਸੀਂ ਗੱਲ ਕਰਦੇ ਹਾਂ, ਚਾਹੇ ਉਹ ਲਾਅ ਹੈ, ਚਾਹੇ ਉਹ MBA ਹੈ ਜਾਂ ਹੋਰ ਜਿਹੜੇ ਮਾਡਰਨ ਕੋਰਸਿਸ ਨੇ, ਉਹ ਆਟੋਮੈਟਿਕਲੀ ਇੱਥੇ ਸਾਰਾ ਕੁਝ ਆਏਗਾ ਔਰ ਇਸ ਸ਼ਹਿਰ ਦੇ, ਇਸ ਖਿੱਤੇ ਦੇ, ਇਸ ਏਰੀਏ ਦੇ ਜੋ ਸਟੂਡੈਂਟ ਹੈ ਉਹ ਇਸ ਤੋਂ ਫਾਇਦਾ ਉਠਾਉਣਗੇ। ਤਾਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਇੰਸਟੀਟਿਊਟ ਇੱਕ ਯੂਨੀਵਰਸਿਟੀ ਦਾ ਰੂਪ ਧਾਰੇਗਾ। ਇਹਨਾਂ ਸ਼ਬਦਾਂ ਦੇ ਨਾਲ ਮੈਂ ਆਗਿਆ ਲਊਂਗਾ ਔਰ ਅਗਲੀ ਵੀਡੀਓ 'ਚ ਫੇਰ ਮਿਲਦੇ ਹਾਂ। ਥੈਂਕ ਯੂ ਵੈਰੀ ਮੱਚ।